ਨੰਬਰ 1, ਸ਼ੁਕਰਾਣੂ ਅਤੇ ਅੰਡਾਣੂ ਦੇ ਮੇਲ ਹੋਣ ਦੀ ਕ੍ਰਿਆ ਨੂੰ ਨਿਸ਼ੇਚਨ ਕਹਿੰਦੇ ਹਨ। ਨੰਬਰ 2, ਅਲਿੰਗੀ ਪ੍ਰਜਨਨ ਦੌਰਾਨ ਯੁਗਮਕਾਂ ਦਾ ਮੇਲ ਨਹੀਂ ਹੁੰਦਾ। ਨੰਬਰ 3, ਅਮੀਬਾ ਵਿੱਚ ਦੋ ਖੰਡਨ ਹੁੰਦਾ ਹੈ। ਨੰਬਰ 4, ਮਨੁੱਖ ਵਿੱਚ ਅੰਦਰੂਨੀ ਨਿਸ਼ੇਚਨ ਕ੍ਰਿਆ ਹੁੰਦੀ ਹੈ। ਨੰਬਰ 5, ਯੁਗਮਜ ਜ਼ਾਈਗੋਟ ਦੇ ਬਾਰ-ਬਾਰ ਵਿਭਾਜਨ ਤੋਂ ਬਾਅਦ ਭਰੂਣ ਪੈਦਾ ਹੁੰਦਾ ਹੈ। ਸਹੀ ਜਾਂ ਗਲਤ ਲਿਖੋ। ਨੰਬਰ 1, ਅੰਡੇ ਦੇਣ ਵਾਲੇ ਜੰਤੂਆਂ ਨੂੰ ਅੰਡਜ ਕਹਿੰਦੇ ਹਨ। ਸਹੀ। ਨੰਬਰ 2, ਹਰ ਸ਼ੁਕਰਾਣੂ ਸਪਰਮ ਇੱਕ ਸੈੱਲ ਤੋਂ ਬਣਿਆ ਹੁੰਦਾ ਹੈ। ਸਹੀ। ਹਾਈਡਰਾ ਦੋ ਖੰਡਨ ਵਿਧੀ ਰਾਹੀਂ ਪ੍ਰਜਨਨ ਕਰਦਾ ਹੈ। ਗਲਤ। ਨਿਸ਼ੇਚਨ ਕ੍ਰਿਆ ਰਾਹੀਂ ਯੁਗਮਜ ਪੈਦਾ ਹੁੰਦਾ ਹੈ। ਸਹੀ। ਮਨੁੱਖ ਵਿੱਚ ਬਾਹਰੀ ਨਿਸ਼ੇਚਨ ਕ੍ਰਿਆ ਹੁੰਦੀ ਹੈ। ਗਲਤ। ਕੋਲਮ ਊੜੇ ਦਾ ਕੋਲਮ ਆੜੇ ਨਾਲ ਮਿਲਾਨ ਕਰੋ। ਕੋਲਮ ਊੜਾ ਨੰਬਰ 1, ਆਪਣੇ ਵਰਗੇ ਹੋਰ ਜੀਵ ਪੈਦਾ ਕਰਨ ਦੀ ਪ੍ਰਕਿਰਿਆ ਨੂੰ ਪ੍ਰਜਨਨ ਜਾਂ ਪ੍ਰਜਨਨ ਕਿਹਾ ਜਾਂਦਾ ਹੈ। ਆਪਣੇ ਵਰਗੇ ਹੋਰ ਜੀਵ ਪੈਦਾ ਕਰਨ ਦੀ ਪ੍ਰਕਿਰਿਆ ਨੂੰ ਪ੍ਰਜਨਨ ਕਿਹਾ ਜਾਂਦਾ ਹੈ। ਹਾਈਡਰਾ ਵਿੱਚ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਕਲੀਆਂ ਰਾਹੀਂ ਹੁੰਦੀ ਹੈ। ਹਾਈਡਰਾ ਵਿੱਚ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਕਲੀਆਂ ਰਾਹੀਂ। ਇਸ ਦੀ ਨਿਸ਼ੇਚਨ ਕ੍ਰਿਆ ਪਾਣੀ ਵਿੱਚ ਹੁੰਦੀ ਹੈ। ਹਾਂਜੀ, ਕੋਲਮ ਆੜੇ ਦੇ ਵਿੱਚ ਸੱਸਾ ਜੋ ਹੈ, ਡੱਡੂ ਜੋ ਹੈ, ਇਸ ਦਾ ਸਹੀ ਮਿਲਾਨ ਹੈ। ਅੰਡੇ ਦੇਣ ਵਾਲੇ ਜੰਤੂ, ਕੋਲਮ ਆੜੇ ਦੇ ਵਿੱਚ ਜਿਹੜਾ ਊੜਾ ਹੈ ਅੰਡਸ, ਹਾਂਜੀ, ਇਸ ਦਾ ਸਹੀ ਮਿਲਾਨ ਹੈ। ਅੰਡੇ ਦੇਣ ਵਾਲੇ ਜੰਤੂ ਅੰਡਸ। ਸ਼ੁਕਰਾਣੂ ਅਤੇ ਅੰਡਾ ਮਿਲ ਕੇ ਬਣਾਉਂਦੇ ਹਨ। ਸ਼ੁਕਰਾਣੂ ਅਤੇ ਅੰਡਾ ਮਿਲ ਕੇ ਬਣਾਉਂਦੇ ਹਨ ਯੁਗਮਸ। ਆੜਾ ਜੋ ਹੈ ਯੁਗਮਸ, ਇਸ ਦਾ ਸਹੀ ਮਿਲਾਨ ਹੈ। ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ। ਨੰਬਰ 1, ਇਹਨਾਂ ਵਿੱਚੋਂ ਕਿਹੜੇ ਮਨੁੱਖ ਦੇ ਨਰ ਜਨਨ ਅੰਗ ਹਨ? ਊੜਾ, ਸ਼ੁਕਰਾਣੂ, ਈੜੀ, ਪਤਾਲੂ, ਆੜਾ, ਅੰਡਾਣੂ, ਸੱਸਾ, ਅੰਡਕੋਸ਼। ਹਾਂਜੀ, ਇਸ ਦਾ ਸਹੀ ਜਵਾਬ ਹੈ ਈੜੀ, ਪਤਾਲੂ। ਨੰਬਰ 2, ਇਹਨਾਂ ਵਿੱਚੋਂ ਕਿਹੜਾ ਦੋ ਲਿੰਗੀ ਜੀਵ ਹਰਮਾਫਰੋਡਾਈਟ ਹੈ? ਊੜਾ ਡੱਡੂ, ਆੜਾ ਗਾਂ, ਈੜੀ ਕੁੱਤਾ, ਸੱਸਾ ਗੰਡੋਆ। ਹਾਂਜੀ, ਸਹੀ ਜਵਾਬ ਹੈ ਸੱਸਾ ਗੰਡੋਆ। ਮਨੁੱਖ ਵਿੱਚ ਨਿਸ਼ੇਚਨ ਕ੍ਰਿਆ ਕਿੱਥੇ ਵਾਪਰਦੀ ਹੈ? ਊੜਾ ਅੰਡ ਵਹਿਣੀ, ਓਵੀਡਕਟ, ਆੜਾ ਗਰਭਕੋਸ਼ ਜਾਂ ਯੂਟਰਸ, ਈੜੀ ਅੰਡਕੋਸ਼ ਜਾਂ ਓਵਰੀ, ਸੱਸਾ ਯੋਨੀ ਜਾਂ ਵੈਜੀਨਾ। ਹਾਂਜੀ, ਇਸ ਦਾ ਸਹੀ ਜਵਾਬ ਹੈ ਊੜਾ ਅੰਡ ਵਹਿਣੀ, ਓਵੀਡਕਟ। ਮੱਛਰ ਵਿੱਚ ਅੰਡਾ ਵਿਕਸਿਤ ਹੋ ਕੇ ਕੀ ਬਣਦਾ ਹੈ? ਊੜਾ ਪਿਊਪਾ, ਈੜੀ ਲਾਰਵਾ, ਆੜਾ ਭਰੂਣ, ਸੱਸਾ ਬਾਲਗ ਮੱਛਰ। ਹਾਂਜੀ, ਇਸ ਦਾ ਸਹੀ ਜਵਾਬ ਹੈ ਈੜੀ ਲਾਰਵਾ। ਸ਼ੁਕਰਾਣੂ ਜਾਂ ਸਪਰਮ ਅਤੇ ਅੰਡੇ ਜਾਂ ਐਗ
ਦੇ ਮੇਲ ਤੋਂ ਕੀ ਬਣਦਾ ਹੈ? ਊੜਾ ਯੁਗਮਜ, ਆੜਾ ਯੁਗਮਕ, ਈੜੀ ਭਰੂਣ, ਸੱਸਾ ਅੰਡ ਵਹਿਣੀ। ਹਾਂਜੀ, ਸਹੀ ਜਵਾਬ ਹੈ ਊੜਾ ਯੁਗਮਜ ਜਾਂ ਯੁਗਮਜ਼। ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਹੇਠ ਲਿਖਿਆਂ ਦੀ ਪਰਿਭਾਸ਼ਾ ਲਿਖੋ। ਨੰਬਰ 1 ਨਿਸ਼ੇਚਨ ਕ੍ਰਿਆ, ਨੰਬਰ 2 ਰੂਪਾਂਤਰਣ, ਨੰਬਰ 3 ਦੋ ਲਿੰਗੀ ਜੰਤੂ, ਨੰਬਰ 4 ਪ੍ਰਜਨਨ। ਨੰਬਰ 1 ਨਿਸ਼ੇਚਨ ਕ੍ਰਿਆ। ਨਰ ਯੁਗਮਕ ਸ਼ੁਕਰਾਣੂ ਅਤੇ ਮਾਦਾ ਯੁਗਮਕ ਅੰਡਾਣੂ ਮਿਲ ਕੇ ਯੁਗਮਜ਼ ਬਣਾਉਣ ਦੀ ਕ੍ਰਿਆ ਨੂੰ ਨਿਸ਼ੇਚਨ ਕਿਹਾ ਜਾਂਦਾ ਹੈ। ਨੰਬਰ 2 ਰੂਪਾਂਤਰਣ। ਅਜਿਹੇ ਪ੍ਰਭਾਵਸ਼ਾਲੀ ਪਰਿਵਰਤਨਾਂ ਨੂੰ ਕਾਇਆ ਪਲਟ ਜਾਂ ਰੂਪਾਂਤਰਣ ਕਹਿੰਦੇ ਹਨ, ਜਿਨ੍ਹਾਂ ਕਰਕੇ ਇੱਕ ਲਾਰਵਾ ਬਾਲਗ ਜੀਵ ਵਿੱਚ ਪਰਿਵਰਤਿਤ ਹੁੰਦਾ ਹੈ। ਨੰਬਰ 3 ਦੋ ਲਿੰਗੀ ਜੰਤੂ। ਜੰਤੂ ਜਿਨ੍ਹਾਂ ਵਿੱਚ ਨਰ ਅਤੇ ਮਾਦਾ ਦੋਵੇਂ ਕਿਸਮਾਂ ਦੇ ਯੁਗਮਕ ਮੌਜੂਦ ਹੁੰਦੇ ਹਨ, ਦੋ ਲਿੰਗੀ ਜੰਤੂ ਜਾਂ ਹਰਮੇਫਰੋਡਾਈਟ ਕਹਾਉਂਦੇ ਹਨ। ਨੰਬਰ 4 ਪ੍ਰਜਨਨ। ਕਿਸੇ ਜੀਵ ਦੁਆਰਾ ਆਪਣੇ ਵਰਗੇ ਜੀਵਾਂ ਜਾਂ ਸੰਤਾਨ ਨੂੰ ਜਨਮ ਦੇਣ ਦੀ ਕ੍ਰਿਆ ਪ੍ਰਜਨਨ ਕ੍ਰਿਆ ਕਹਾਉਂਦੀ ਹੈ। ਮਨੁੱਖ ਵਿੱਚ ਨਰ ਯੁਗਮਕ ਨੂੰ ਕੀ ਕਿਹਾ ਜਾਂਦਾ ਹੈ? ਸ਼ੁਕਰਾਣੂ। ਡੱਡੂ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਵਾਂ ਦੇ ਨਾਮ ਲਿਖੋ। ਊੜਾ ਅੰਡਾ, ਆੜਾ ਟੈਡਪੋਲ ਲਾਰਵਾ, ਈੜੀ ਟੈਡਪੋਲ ਲਾਰਵਾ 2 ਲੱਤਾਂ ਸਹਿਤ, ਸੱਸਾ ਟੈਡਪੋਲ ਲਾਰਵਾ 4 ਲੱਤਾਂ ਸਹਿਤ, ਹਾਹਾ ਬਾਲਗ ਡੱਡੂ। ਯੁਗਮਸ ਤੋਂ ਤੁਹਾਡਾ ਕੀ ਭਾਵ ਹੈ? ਨਿਸ਼ੇਚਨ ਕ੍ਰਿਆ ਦੌਰਾਨ ਨਰ ਯੁਗਮਕ ਅਤੇ ਮਾਦਾ ਯੁਗਮਕ ਆਪਸ ਵਿੱਚ ਮਿਲ ਕੇ ਇੱਕ ਨਵਾਂ ਸੈੱਲ ਬਣਾਉਂਦੇ ਹਨ, ਜਿਸ ਨੂੰ ਯੁਗਮਸ ਕਿਹਾ ਜਾਂਦਾ ਹੈ। ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਸੈੱਲ ਜਾਂ ਕੋਸ਼ਿਕਾ ਵਿਭਾਜਨ ਕੀ ਹੈ? ਸੈੱਲ ਵਿਭਾਜਨ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਯੁਗਮਸ ਵਾਰ-ਵਾਰ ਵਿਭਾਜਿਤ ਹੋ ਕੇ ਭਰੂਣ ਦਾ ਨਿਰਮਾਣ ਕਰਦਾ ਹੈ। ਅਲਿੰਗੀ ਪ੍ਰਜਨਨ ਅਤੇ ਲਿੰਗੀ ਪ੍ਰਜਨਨ ਵਿਚਕਾਰ ਅੰਤਰ ਲਿਖੋ। ਅੰਤਰ ਇਸ ਪ੍ਰਕਾਰ ਹਨ। ਅਲਿੰਗੀ ਪ੍ਰਜਨਨ ਜਾਂ ਲਿੰਗੀ ਪ੍ਰਜਨਨ। ਹਾਂਜੀ, ਨੰਬਰ 1 ਅਲਿੰਗੀ ਪ੍ਰਜਨਨ ਵਿੱਚ ਇਕੱਲਾ ਜੀਵ ਸੰਤਾਨ ਪੈਦਾ ਕਰਦਾ ਹੈ। ਲਿੰਗੀ ਪ੍ਰਜਨਨ ਵਿੱਚ ਦੋ ਜੀਵ ਨਰ ਅਤੇ ਮਾਦਾ ਮਿਲ ਕੇ ਸੰਤਾਨ ਪੈਦਾ ਕਰਦੇ ਹਨ। ਨੰਬਰ 2 ਅਲਿੰਗੀ ਪ੍ਰਜਨਨ ਵਿੱਚ ਯੁਗਮਕਾਂ ਦਾ ਨਿਰਮਾਣ ਨਹੀਂ ਹੁੰਦਾ। ਲਿੰਗੀ ਪ੍ਰਜਨਨ ਵਿੱਚ ਯੁਗਮਕਾਂ ਦਾ ਨਿਰਮਾਣ ਹੁੰਦਾ ਹੈ। ਨੰਬਰ 3 ਅਲਿੰਗੀ ਪ੍ਰਜਨਨ ਵਿੱਚ ਨਿਸ਼ੇਚਨ ਕ੍ਰਿਆ ਨਹੀਂ ਹੁੰਦੀ ਹੈ। ਲਿੰਗੀ ਪ੍ਰਜਨਨ ਵਿੱਚ ਨਿਸ਼ੇਚਨ ਕ੍ਰਿਆ ਹੁੰਦੀ ਹੈ। ਨੰਬਰ 4 ਅਲਿੰਗੀ ਪ੍ਰਜਨਨ ਵਿੱਚ ਯੁਗਮਸ ਦਾ ਨਿਰਮਾਣ ਨਹੀਂ ਹੁੰਦਾ ਹੈ। ਲਿੰਗੀ ਪ੍ਰਜਨਨ ਵਿੱਚ ਯੁਗਮਸ ਦਾ ਨਿਰਮਾਣ ਹੁੰਦਾ ਹੈ। ਨੰਬਰ 5 ਅਲਿੰਗੀ ਪ੍ਰਜਨਨ ਵਿੱਚ ਸੰਤਾਨ ਦੇ ਗੁਣ ਆਪਸ ਵਿੱਚ ਅਤੇ ਜਨਕਾਂ ਨਾਲ ਮਿਲਦੇ ਹੁੰਦੇ ਹਨ। ਲਿੰਗੀ ਪ੍ਰਜਨਨ ਵਿੱਚ ਸੰਤਾਨ ਦੇ ਗੁਣ ਇੱਕ ਦੂਜੇ ਨਾਲੋਂ ਅਤੇ ਪਿਤਰਾਂ ਨਾਲੋਂ ਭਿੰਨ ਹੁੰਦੇ ਹਨ। ਪ੍ਰਜਨਨ ਕਿਉਂ ਮਹੱਤਵਪੂਰਨ ਹੈ? ਨੰਬਰ 1 ਪ੍ਰਜਨਨ ਕ੍ਰਿਆ ਧਰਤੀ ਉੱਤੇ ਪ੍ਰਜਾਤੀਆਂ ਦੀ ਹੋਂਦ ਬਣਾਈ
ਰੱਖਣ ਲਈ ਜ਼ਰੂਰੀ ਹੈ। ਨੰਬਰ 2, ਪ੍ਰਜਨਨ ਕਿਰਿਆ ਭਿੰਨਤਾਵਾਂ ਪੈਦਾ ਕਰਕੇ ਜੀਵ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਦੋ ਖੰਡਨ ਕੀ ਹੁੰਦਾ ਹੈ? ਦੋ ਖੰਡਨ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ। ਸਵਾਲ ਨੰਬਰ 4, ਦੋ ਖੰਡਨ ਕੀ ਹੁੰਦਾ ਹੈ? ਦੋ ਖੰਡਨ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ। ਦੋ ਖੰਡਨ ਵਿੱਚ ਇੱਕ ਜੀਵ ਆਪਣੇ ਅਨੁਵੰਸ਼ਿਕ ਪਦਾਰਥ ਕੇਂਦਰਕ ਦੀ ਨਕਲ ਤਿਆਰ ਕਰਦਾ ਹੈ ਅਤੇ ਫਿਰ ਦੋ ਹਿੱਸਿਆਂ ਵਿੱਚ ਵੰਡ ਜਾਂਦਾ ਹੈ। ਇਸ ਤਰ੍ਹਾਂ ਇੱਕ ਸੈੱਲ ਤੋਂ ਦੋ ਨਵੇਂ ਸੈੱਲ ਬਣਦੇ ਹਨ। ਅਮੀਬਾ ਦੋ ਖੰਡਨ ਵਿਧੀ ਰਾਹੀਂ ਪ੍ਰਜਨਨ ਕਰਦਾ ਹੈ। ਹਾਈਡਰਾ ਕਿਵੇਂ ਪ੍ਰਜਨਨ ਕਰਦਾ ਹੈ? ਹਾਈਡਰਾ ਕਲੀਆਂ ਰਾਹੀਂ ਬਡਿੰਗ ਪ੍ਰਜਨਨ ਕਰਦਾ ਹੈ। ਇਹ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ। ਇਸ ਕਿਰਿਆ ਵਿੱਚ ਹਾਈਡਰਾ ਦੇ ਸਰੀਰ ਦੇ ਹੇਠਲੇ ਹਿੱਸੇ ਤੋਂ ਇੱਕ ਛੋਟੀ ਜਿਹੀ ਗੰਢ ਵਰਗੀ ਰਚਨਾ ਨਿਕਲਦੀ ਹੈ, ਜਿਹੜੀ ਕਲੀ ਵਿੱਚ ਵਿਕਸਿਤ ਹੋ ਜਾਂਦੀ ਹੈ। ਇਹ ਕਲੀ ਜਾਂ ਬਡ ਮੁੱਖ ਜੀਵ ਦੇ ਸਰੀਰ ਤੋਂ ਵੱਖ ਹੋ ਜਾਂਦੀ ਹੈ ਅਤੇ ਇੱਕ ਨਵੇਂ ਹਾਈਡਰਾ ਵਿੱਚ ਵਿਕਸਿਤ ਹੋ ਜਾਂਦੀ ਹੈ। ਜੇਰਜ ਅਤੇ ਅੰਡਜ ਵਿਚਕਾਰ ਅੰਤਰ ਸਪਸ਼ਟ ਕਰੋ। ਅੰਤਰ ਇਸ ਪ੍ਰਕਾਰ ਹਨ। ਜੇਰਜ। ਨੰਬਰ 1, ਜੇਰਜ ਉਹ ਜੰਤੂ ਹੁੰਦੇ ਹਨ ਜਿਹੜੇ ਆਪਣੇ ਵਰਗੇ ਛੋਟੇ ਜੰਤੂਆਂ ਨੂੰ ਜਨਮ ਦਿੰਦੇ ਹਨ। ਅੰਡਜ ਉਹ ਜੰਤੂ ਹੁੰਦੇ ਹਨ ਜਿਹੜੇ ਅੰਡੇ ਦਿੰਦੇ ਹਨ ਅਤੇ ਅੰਡੇ ਮਾਦਾ ਦੇ ਸਰੀਰ ਤੋਂ ਬਾਹਰ ਹੀ ਟੁੱਟਦੇ ਹਨ ਅਤੇ ਨਵੇਂ ਜੀਵ ਨੂੰ ਜਨਮ ਦਿੰਦੇ ਹਨ। ਜੇਰਜ ਉਦਾਹਰਨ ਲਈ ਬਿੱਲੀ, ਕੁੱਤਾ ਅਤੇ ਗਾਂ। ਅੰਡਜ ਉਦਾਹਰਨ ਲਈ ਮੁਰਗੀ, ਕਾਂ ਅਤੇ ਕਿਰਲੀ। ਡੱਡੂ ਵਿੱਚ ਨਿਸ਼ੇਚਨ ਕਿਰਿਆ ਕਿਵੇਂ ਹੁੰਦੀ ਹੈ? ਡੱਡੂ ਵਿੱਚ ਨਿਸ਼ੇਚਨ ਕਿਰਿਆ ਕਿਵੇਂ ਹੁੰਦੀ ਹੈ? ਡੱਡੂਆਂ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ। ਇਸ ਪ੍ਰਕਿਰਿਆ ਵਿੱਚ ਨਰ ਯੁਗਮਕ ਅਤੇ ਮਾਦਾ ਯੁਗਮਕ ਦਾ ਮਿਲਨ ਮਾਦਾ ਦੇ ਸਰੀਰ ਦੇ ਬਾਹਰ ਪਾਣੀ ਵਿੱਚ ਹੁੰਦਾ ਹੈ। ਵੱਡੇ ਉਤਰਾਂ ਵਾਲੇ ਪ੍ਰਸ਼ਨ। ਜੀਵਾਂ ਵਿੱਚ ਪ੍ਰਜਨਨ ਦੀ ਮਹੱਤਤਾ ਦਾ ਵਰਣਨ ਕਰੋ। ਯੁਗਮਜ ਅਤੇ ਭ੍ਰੂਣ ਵਿਚਕਾਰ ਦੋ ਅੰਤਰ ਲਿਖੋ। ਪ੍ਰਜਨਨ ਦੀ ਮਹੱਤਤਾ। ਨੰਬਰ 1, ਪ੍ਰਜਨਨ ਕਿਰਿਆ ਧਰਤੀ ਉੱਤੇ ਪ੍ਰਜਾਤੀਆਂ ਦੀ ਹੋਂਦ ਬਣਾਈ ਰੱਖਣ ਲਈ ਜ਼ਰੂਰੀ ਹੈ। ਨੰਬਰ 2, ਪ੍ਰਜਨਨ ਕਿਰਿਆ ਭਿੰਨਤਾਵਾਂ ਪੈਦਾ ਕਰਕੇ ਜੀਵ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਨੰਬਰ 3, ਪ੍ਰਜਨਨ ਕਿਰਿਆ ਪਰਿਤੰਤਰ ਵਿੱਚ ਪ੍ਰਜਾਤੀਆਂ ਦੀ ਸੰਖਿਆ ਵਧਾਉਣ ਵਿੱਚ ਮਦਦ ਕਰਦੀ ਹੈ। ਯੁਗਮਜ ਅਤੇ ਭ੍ਰੂਣ ਵਿਚਕਾਰ ਅੰਤਰ ਇਸ ਪ੍ਰਕਾਰ ਹੈ। ਯੁਗਮਜ। ਨੰਬਰ 1, ਨਰ ਯੁਗਮਕ ਅਤੇ ਮਾਦਾ ਯੁਗਮਕ ਦੇ ਮੇਲ ਨਾਲ ਯੁਗਮਜ ਬਣਦਾ ਹੈ। ਭ੍ਰੂਣ ਯੁਗਮਜ ਤੋਂ ਵਿਕਸਿਤ ਹੋ ਕੇ ਬਣਦਾ ਹੈ। ਇਸ ਵਿੱਚ ਜੀਵ ਦੇ ਵੱਖ-ਵੱਖ ਅੰਗ ਵਿਕਸਿਤ ਹੁੰਦੇ ਹਨ। ਯੁਗਮਜ ਇਹ ਨਿਸ਼ੇਚਨ ਕਿਰਿਆ ਤੋਂ ਬਾਅਦ ਬਣਦਾ ਹੈ। ਭ੍ਰੂਣ ਇਹ ਸੈੱਲ ਵਿਭਾਜਨ ਨਾਲ ਯੁਗਮਜ ਤੋਂ ਵਿਕਸਿਤ ਹੁੰਦਾ ਹੈ। ਯੁਗਮਜ
ਇਹ ਇੱਕ ਸੈੱਲ ਹੁੰਦਾ ਹੈ। ਭਰੂਣ ਬਹੁਸੈਲੀ ਹੁੰਦਾ ਹੈ। ਨਿਸ਼ੇਚਨ ਕਿਰਿਆ ਦਾ ਵਰਣਨ ਕਰੋ। ਬਾਹਰੀ ਨਿਸ਼ੇਚਨ ਅਤੇ ਅੰਦਰੂਨੀ ਨਿਸ਼ੇਚਨ ਵਿਚਕਾਰ ਕੀ ਅੰਤਰ ਹੈ? ਨਰ ਯੁਗਮਕ ਜਾਂ ਸ਼ੁਕਰਾਣੂ ਅਤੇ ਮਾਦਾ ਯੁਗਮਕ ਜਾਂ ਅੰਡਾਣੂ ਮਿਲ ਕੇ ਯੁਗਮਸ ਬਣਾਉਂਦੇ ਹਨ। ਇਸ ਕਿਰਿਆ ਨੂੰ ਨਿਸ਼ੇਚਨ ਕਿਹਾ ਜਾਂਦਾ ਹੈ। ਨਿਸ਼ੇਚਨ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ, ਅੰਦਰੂਨੀ ਨਿਸ਼ੇਚਨ ਅਤੇ ਬਾਹਰੀ ਨਿਸ਼ੇਚਨ। ਇਹਨਾਂ ਵਿਚਕਾਰ ਅੰਤਰ ਇਸ ਪ੍ਰਕਾਰ ਹਨ। ਅੰਦਰੂਨੀ ਨਿਸ਼ੇਚਨ ਇਹ ਕਿਰਿਆ ਮਾਦਾ ਸਰੀਰ ਦੇ ਅੰਦਰ ਹੁੰਦੀ ਹੈ। ਬਾਹਰੀ ਨਿਸ਼ੇਚਨ ਇਹ ਕਿਰਿਆ ਮਾਦਾ ਦੇ ਸਰੀਰ ਦੇ ਬਾਹਰ ਹੁੰਦੀ ਹੈ। ਨੰਬਰ 2, ਇਸ ਵਿੱਚ ਯੁਗਮਕ ਘੱਟ ਗਿਣਤੀ ਵਿੱਚ ਬਣਦੇ ਹਨ। ਇਸ ਵਿੱਚ ਯੁਗਮਕ ਵੱਧ ਗਿਣਤੀ ਵਿੱਚ ਬਣਦੇ ਹਨ। ਨੰਬਰ 3, ਨਿਸ਼ੇਚਨ ਦੀ ਇਹ ਵਿਧੀ ਵੱਧ ਕਾਮਯਾਬ ਹੁੰਦੀ ਹੈ। ਇਹ ਅੰਦਰੂਨੀ ਨਿਸ਼ੇਚਨ ਨਾਲੋਂ ਘੱਟ ਕਾਮਯਾਬ ਹੈ। ਨੰਬਰ 4, ਉਦਾਹਰਣ ਮਨੁੱਖ ਵਿੱਚ ਨਿਸ਼ੇਚਨ। ਉਦਾਹਰਣ ਡੱਡੂ ਵਿੱਚ ਨਿਸ਼ੇਚਨ। ਮਨੁੱਖ ਵਿੱਚ ਨਿਸ਼ੇਚਨ ਕਿਰਿਆ ਦਾ ਵਰਣਨ ਕਰੋ। ਮਨੁੱਖ ਵਿੱਚ ਨਿਸ਼ੇਚਨ ਕਿਰਿਆ ਅੰਦਰੂਨੀ ਹੁੰਦੀ ਹੈ। ਮਨੁੱਖਾਂ ਵਿੱਚ ਨਰ ਯੁਗਮਕ ਨੂੰ ਸ਼ੁਕਰਾਣੂ ਕਿਹਾ ਜਾਂਦਾ ਹੈ ਅਤੇ ਮਾਦਾ ਯੁਗਮਕ ਨੂੰ ਅੰਡਾਣੂ ਕਿਹਾ ਜਾਂਦਾ ਹੈ। ਮਾਦਾ ਪ੍ਰਜਨਨ ਪ੍ਰਣਾਲੀ ਵਿੱਚ ਕਿਸੇ ਅੰਡਕੋਸ਼ ਦੁਆਰਾ ਇੱਕ ਅੰਡਾਣੂ ਪੈਦਾ ਕੀਤਾ ਜਾਂਦਾ ਹੈ। ਅੰਡਾਣੂ ਅੰਡ ਵਹਿਣੀ ਜਾਂ ਫੈਲੋਪੀਅਨ ਟਿਊਬ ਤੱਕ ਪਹੁੰਚਦਾ ਹੈ। ਅੰਡ ਵਹਿਣੀ ਵਿੱਚ ਹੀ ਅੰਡਾਣੂ ਅਤੇ ਸ਼ੁਕਰਾਣੂ ਮਿਲਦੇ ਹਨ, ਜਿਸ ਦੇ ਸਿੱਟੇ ਵਜੋਂ ਯੁਗਮਸ ਦਾ ਨਿਰਮਾਣ ਹੁੰਦਾ ਹੈ। ਇਸ ਕਿਰਿਆ ਨੂੰ ਨਿਸ਼ੇਚਨ ਕਿਹਾ ਜਾਂਦਾ ਹੈ। ਸ਼ੁਕਰਾਣੂ ਜਾਂ ਨਰ ਯੁਗਮਕ ਜਮਾ ਅੰਡਾਣੂ ਜਾਂ ਮਾਦਾ ਯੁਗਮਕ, ਹਾਂਜੀ, ਇਸ ਦੇ ਨਾਲ ਯੁਗਮਸ ਜੋ ਹੈ ਉਹ ਬਣਦਾ ਹੈ। ਅੰਕਿਤ ਚਿੱਤਰ ਦੀ ਸਹਾਇਤਾ ਨਾਲ ਡੱਡੂ ਦੇ ਜੀਵਨ ਚੱਕਰ ਦਾ ਵਰਣਨ ਕਰੋ। ਡੱਡੂ ਦੇ ਜੀਵਨ ਚੱਕਰ ਵਿੱਚ 3 ਵੱਖ-ਵੱਖ ਪੜਾਅ ਵੇਖੇ ਜਾਂਦੇ ਹਨ। ਅੰਡੇ ਤੋਂ ਟੈਡਪੋਲ ਲਾਰਵਾ ਬਣਦਾ ਹੈ ਅਤੇ ਟੈਡਪੋਲ ਲਾਰਵਾ ਇੱਕ ਬਾਲਗ ਡੱਡੂ ਵਿੱਚ ਵਿਕਸਤ ਹੁੰਦਾ ਹੈ। ਇੱਕ ਟੈਡਪੋਲ ਲਾਰਵਾ ਬਾਲਗ ਡੱਡੂ ਤੋਂ ਬਹੁਤ ਭਿੰਨ ਹੁੰਦਾ ਹੈ। ਅਜਿਹੇ ਪ੍ਰਭਾਵਸ਼ਾਲੀ ਪਰਿਵਰਤਨ ਜਿਨ੍ਹਾਂ ਕਰਕੇ ਇੱਕ ਟੈਡਪੋਲ ਜਾਂ ਲਾਰਵਾ ਬਾਲਗ ਡੱਡੂ ਵਿੱਚ ਪਰਿਵਰਤਿਤ ਹੁੰਦਾ ਹੈ, ਉਸ ਨੂੰ ਕਾਇਆ ਪਲਟ ਜਾਂ ਰੂਪਾਂਤਰਣ ਕਹਿੰਦੇ ਹਨ। ਹਾਂਜੀ, ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਸਭ ਤੋਂ ਪਹਿਲਾਂ ਅੰਡੇ ਤੋਂ ਜੋ ਹੈ ਟੈਡਪੋਲ ਲਾਰਵਾ ਜੋ ਹੈ ਉਹ ਬਣਦਾ ਹੈ। ਟੈਡਪੋਲ ਲਾਰਵਾ ਤੋਂ ਜੋ ਹੈ ਟੈਡਪੋਲ ਲਾਰਵਾ 2 ਲੱਤਾਂ ਸਹਿਤ ਜੋ ਹੈ ਉਹ ਬਣਦਾ ਹੈ। ਫਿਰ ਟੈਡਪੋਲ ਲਾਰਵਾ 4 ਲੱਤਾਂ ਸਹਿਤ ਜੋ ਹੈ ਉਹ ਬਣਦਾ ਹੈ ਤੇ ਫਿਰ ਜੋ ਹੈ ਬਾਲਗ ਡੱਡੂ। ਇਹੀ ਬਾਲਗ ਡੱਡੂ ਜੋ ਹੈ ਅੱਗੇ ਜੋ ਹੈ ਫਿਰ ਤੋਂ ਜੋ ਹੈ ਅੰਡੇ ਦਿੰਦਾ ਹੈ। ਡੱਡੂ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਅ। ਸੋਚੋ ਅਤੇ ਉੱਤਰ ਦਿਓ।
ਇੱਕ ਸੈਲੀ ਜੀਵਾਂ ਵਿੱਚ ਆਮ ਤੌਰ ਤੇ ਦੋ ਖੰਡਨ ਵਿਧੀ ਰਾਹੀਂ ਵਿਭਾਜਨ ਹੁੰਦਾ ਹੈ। ਠੀਕ ਜਾਂ ਗਲਤ ਦੱਸੋ। ਹਾਂਜੀ, ਇਹ ਜੋ ਹੈ ਠੀਕ ਹੈ। ਅਮੀਬਾ ਕਲੀਆਂ ਰਾਹੀਂ ਜਨਨ ਕਰਦਾ ਹੈ। ਠੀਕ ਜਾਂ ਗਲਤ। ਗਲਤ। ਅਲਿੰਗੀ ਪ੍ਰਜਨਨ ਕੇਵਲ ਇੱਕ ਸੈਲੀ ਜੀਵਾਂ ਵਿੱਚ ਹੁੰਦਾ ਹੈ। ਗਲਤ। ਤਿਤਲੀ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਵਾਂ ਦੇ ਨਾਮ ਲਿਖੋ। ਤਿਤਲੀ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਵਾਂ ਦੇ ਨਾਮ ਲਿਖੋ। ਊੜਾ ਅੰਡਾ, ਆੜਾ ਲਾਰਵਾ, ਈੜੀ ਪਿਊਪਾ, ਸੱਸਾ ਬਾਲਗ ਤਿਤਲੀ।